ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 20 ਜੁਲਾਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਉਹ ਲਾਹੌਰ ਤੋਂ ਹੈ। ਡਾਕਟਰ ਯਾਸਮੀਨ ਰਾਸ਼ਿਦ, ਤੁਹਾਨੂੰ ਪਤਾ ਹੈ ਸੀਨੀਅਰ ਉਹ ਗਾਇਨੋਕੋਲੋਜਿਸਟ ਡਾਕਟਰ ਨੇ, ਪ੍ਰੋਫੈਸਰ ਨੇ ਔਰ ਪਾਕਿਸਤਾਨ ਤਹਿਰੀਕ ਇਨਸਾਫ ਦੇ ਬੜੇ ਹੀ ਇੱਕ ਸੀਨੀਅਰ ਲੀਡਰ ਨੇ। ਉਹਨਾਂ ਦੀ ਤਬੀਅਤ ਬੜੀ ਸ਼ਦੀਦ ਖਰਾਬ ਸੀ, ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਹਸਪਤਾਲ ਮੁੰਤਕਿਲ ਕੀਤਾ ਗਿਆ। ਕੈਂਸਰ ਸਰਵਾਈਵਰ ਨੇ, ਉਸ ਤੋਂ ਬਾਅਦ ਦਿਲ ਦਾ ਆਰਜ਼ਾ ਵੀ ਸੀ, ਹੋਰ ਵੀ ਮਸਲੇ ਸਨ। ਲੇਕਿਨ ਹੁਣ ਉਹਨਾਂ ਦੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ, ਮਤਲਬ ਹਜੇ ਤੱਕ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਹੋਈ, ਡਾਕਟਰ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਸੀ ਦੇਣਾ ਚਾਹੁੰਦੇ, ਲੇਕਿਨ ਉੱਤੋਂ ਆਰਡਰ ਕਰਵਾਏ ਗਏ ਔਰ ਜ਼ਬਰਦਸਤੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮਤਲਬ ਕਿ ਹਸਪੀਟਲ ਦੇ ਵਿੱਚ ਡਾਕਟਰ ਰੱਖਣਾ ਚਾਹੁੰਦੇ ਸਨ, ਉਹਨਾਂ ਦੀ ਸਿਹਤ ਖਰਾਬ ਸੀ, ਲੇਕਿਨ ਉਹਨਾਂ ਨੂੰ ਧੱਕੇ ਨਾਲ ਵਾਪਸ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਕਿਉਂ ਭੇਜਿਆ ਗਿਆ? ਇਸ ਲਈ ਭੇਜਿਆ ਗਿਆ ਕਿ ਹੁਣ ਪਤਾ ਇਹ ਲੱਗਾ ਕਿ 9 ਮਈ ਦੇ ਕੇਸਿਸ ਦੇ ਜਲਦ ਤੋਂ ਜਲਦ ਫੈਸਲੇ ਸੁਣਾਏ ਜਾਣੇ ਨੇ। ਅਗਰ ਉਹ ਅਦਾਲਤ ਦੇ ਵਿੱਚ ਨਹੀਂ ਹੋਣਗੇ ਤਾਂ ਮੇਰਾ ਖਿਆਲ ਫੈਸਲਾ ਨਹੀਂ ਸੁਣਾਇਆ ਜਾ ਸਕੇਗਾ, ਜਾਂ ਲੀਗਲੀ ਜ਼ਰੂਰੀ ਹੋਏਗਾ ਕਿ ਉਹ ਵੀ ਉੱਥੇ ਮੌਜੂਦ ਹੋਣ। ਇਸੇ ਲਈ ਸ਼ਾਇਦ ਉਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤਾਂ ਕਿ ਜਲਦ ਤੋਂ ਜਲਦ ਇਹਨਾਂ ਕੇਸਾਂ ਦੇ ਫੈਸਲੇ ਸੁਣਾਈਏ। ਗੱਲਾਂ ਤਾਂ ਤੁਹਾਨੂੰ ਸਾਰੀਆਂ ਦੱਸ ਹੀ ਦਿੱਤੀਆਂ ਨੇ। ਜਿਹੜਾ ਮੁਨੀਰਾ ਫੜਿਆ ਗਿਆ, ਔਰ ਮੁਨੀਰੇ ਦੀ ਮੈਂ ਗੱਲ ਕਰ ਰਿਹਾ, ਮੁਨੀਰ ਇੰਸਪੈਕਟਰ ਜਿਹਨੇ ਇਨਵੈਸਟੀਗੇਸ਼ਨ ਕੀਤੀ ਸੀ ਔਰ ਉਮਰੇ 'ਤੇ ਗਿਆ ਹੋਇਆ ਸੀ ਅਹਿਰਾਮ ਬਣ ਕੇ, ਤੇ ਗਵਾਹੀ ਦੇਣ ਵਾਸਤੇ ਆਇਆ। ਉਹਨੂੰ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਔਰ ਦੂਜੇ ਵਕਲਾ ਨੇ ਕਿਹਾ ਕਿ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸ ਕਿ ਜੋ ਕਹੇਗਾ ਸੱਚ ਕਹੇਗਾ, ਔਰ ਅਗਰ ਤੂੰ ਝੂਠ ਬੋਲੇ ਤੇ ਤੇਰੇ ਤੇ ਲਾਨਤ ਹੋਏ। ਉਹਨੇ ਅਹਿਰਾਮ ਬੰਨਿਆ ਸੀ। ਉਹਨੇ ਕਿਹਾ ਜੀ ਮੈਂ ਤਾਂ ਨਹੀਂ ਬੋਲ ਸਕਦਾ, ਮੈਂ ਕਿਉਂ ਝੂਠੀਆਂ ਗਵਾਹੀਆਂ ਦਿਆਂ, ਮੈਂ ਜੋ ਕਹਿਣਾ ਸੀ ਉਹ ਮੈਂ ਆਪਣੀ ਮਿਸਲ ਸ਼ਿਸਲ 'ਚ ਲਿਖ ਦਿੱਤਾ। ਤੇ ਇਹ ਕਹਿ ਕੇ ਉਹਨੇ ਜਿਹੜੀ ਵੀਡੀਓ ਕਾਲ ਸੀ ਉਹ ਕੱਟ ਦਿੱਤੀ ਤੇ ਉਹਨੇ ਆਪਣੀ ਗਵਾਹੀ ਪੂਰੀ ਨਹੀਂ ਕੀਤੀ। ਉਸ ਤੋਂ ਬਾਅਦ ਦੂਜੇ ਨੇ ਆਖਿਆ ਵੀ ਡੰਡੇ ਸੜਕ ਦੇ ਕਿਨਾਰੇ ਪਏ ਸਨ। ਵਕੀਲ ਨੇ ਪੁੱਛਿਆ ਕਿ ਉੱਥੇ ਕਿੰਨੇ ਦਿਨਾਂ ਬਾਅਦ ਡੰਡੇ ਉੱਥੋਂ ਚੁੱਕੇ ਸਨ? ਆਖਿਆ ਜੀ 1 ਮਹੀਨੇ ਬਾਅਦ। ਵਕੀਲ ਨੇ ਕਿਹਾ ਉੱਥੇ ਕੰਟੋਨਮੈਂਟ ਦਾ ਇਲਾਕਾ ਨਹੀਂ? ਉਹਨੇ ਕਿਹਾ ਹਾਂਜੀ। ਤੇ ਉੱਥੇ ਕੀ ਸਫਾਈ ਰੋਜ਼ ਨਹੀਂ ਹੁੰਦੀ? ਉਹਨੇ ਕਿਹਾ ਜੀ ਹੁੰਦੀ ਹੈ। ਉਹਨੇ ਕਿਹਾ ਅਗਰ ਰੋਜ਼ ਸਫਾਈ ਹੁੰਦੀ ਹੈ ਤਾਂ ਉੱਥੇ 1 ਮਹੀਨੇ ਤੱਕ ਡੰਡੇ ਕੀ ਕਰਦੇ ਰਹਿਣੇ ਪਏ? ਜਵਾਬ ਕੋਈ ਨਹੀਂ ਸੀ। ਹਸਾਮ ਨਾਮੀ ਜਿਹੜਾ ਪੁਲਿਸ ਵਾਲਾ, ਜਿਹੜਾ ਆਂਦੇ ਨੇ ਵੀ ਜ਼ਮਾਨ ਪਾਕ ਗਿਆ ਸੀ ਤੇ ਉੱਥੇ ਜਾ ਕੇ ਟੇਬਲ ਦੇ ਥੱਲੇ ਲੁੱਕ ਕੇ ਤੇ ਗੱਲਾਂ ਸੁਣਦਾ ਰਿਹਾ। ਜਦੋਂ ਥਾਣੇ ਦਾ ਰਿਕਾਰਡ ਚੈੱਕ ਕੀਤਾ ਤੇ ਉਹਦੀ ਉਸ ਦਿਨ ਡਿਊਟੀ ਨਹੀਂ ਸੀ ਥਾਣੇ ਦੇ ਵਿੱਚ, ਉਹ ਡਿਊਟੀ 'ਤੇ ਗਿਆ ਹੀ ਨਹੀਂ ਸੀ ਕਦੇ ਵੀ। ਨਾਲ ਉਹਦੇ ਕੋਲੋਂ ਜਦੋਂ ਪੁੱਛਿਆ ਗਿਆ ਕਿ ਜ਼ਮਾਨ ਪਾਕ ਦਾ ਹਾਲਤ ਦੱਸਦੇ, ਉਹਨੇ ਕਿਹਾ ਜੀ ਗੇਟ ਦੇ ਅੰਦਰ ਕੋਈ ਅੱਧਾ ਕਿਲੋਮੀਟਰ ਦੂਰ ਖਾਨ ਸਾਹਿਬ ਦਾ ਘਰ ਹੈ। ਹਾਲਾਂਕਿ ਪੂਰੇ ਦਾ ਪੂਰਾ ਘਰ ਹੀ ਗੇਟ ਸਮੇਤ ਸਭ ਕੁਝ 2-2.5 ਕਨਾਲ ਦਾ ਹੈ, ਇਸ ਤੋਂ ਵੱਡਾ ਉਹ ਘਰ ਹੀ ਨਹੀਂ ਹੈ। ਅਤੇ ਉਹਨੇ ਉਹਦੇ ਵਿੱਚ ਅੱਧੇ ਕਿਲੋਮੀਟਰ 'ਤੇ ਗੇਟ ਤੋਂ ਪਿਛਲੇ ਪਾਸੇ ਜਿਹੜਾ ਉਹ ਖਾਨ ਸਾਹਿਬ ਦਾ ਜਿਹੜਾ ਮੀਟਿੰਗ ਵਾਲਾ ਇਲਾਕਾ ਹੈ, ਘਰ ਹੈ, ਉਹਨੂੰ ਰੱਖ ਦਿੱਤਾ। ਇਸ ਤੋਂ ਇਲਾਵਾ ਹੋਰ ਵੀ ਅੱਜ ਡਾਕਟਰ ਸਾਹਿਬ ਵੀ ਇੱਕ ਫੜੇ ਗਏ। ਉਹਨਾਂ ਨੇ 3 ਪੁਲਿਸ ਵਾਲਿਆਂ ਦਾ ਮੈਡੀਕਲ ਸਰਟੀਫਿਕੇਟ ਬਣਾਇਆ ਸੀ। ਉਹਨਾਂ ਕੋਲੋਂ ਜਦੋਂ ਪੁੱਛਿਆ ਗਿਆ ਵੀ ਜਿੱਥੇ ਜਿੱਥੇ ਜ਼ਖਮ ਤੁਸੀਂ ਲਿਖੇ ਨੇ ਉੱਥੇ ਤਾਂ ਜ਼ਖਮ ਹੀ ਕੋਈ ਨਹੀਂ ਹੈ, ਅਤੇ ਉਹਨਾਂ ਅੱਗੋਂ ਜਵਾਬ ਦਿੱਤਾ ਕਿ ਮੈਨੂੰ ਇਹਨਾਂ ਨੇ ਜਿਵੇਂ ਜਿਵੇਂ ਕਿਹਾ ਸੀ ਮੈਂ ਉਵੇਂ ਉਵੇਂ ਬਣਾ ਦਿੱਤਾ। ਚੇਤੇ ਕਰੋ ਮੈਡਮ ਰੋਲੈਕਸ ਨੂੰ ਉਹਨੇ ਆਖਿਆ ਸੀ ਕਿ ਇਰਰਿਫਿਊਟੇਬਲ ਐਵੀਡੈਂਸ ਹੈ। ਉਸ ਤੋਂ ਬਾਅਦ ਕੋਰ ਕਮਾਂਡਰਸ ਕਾਨਫਰੰਸ ਦਾ ਜਿਹੜਾ ਐਲਾਮੀਆ ਜਾਰੀ ਹੋਇਆ ਉਹਦੇ 'ਚ ਵੀ ਇਹੀ ਲਿਖਿਆ ਗਿਆ ਸੀ। ਲੇਕਿਨ ਅੱਜ ਇਹ ਕੇਸ ਵੀ ਫੀਤੀ ਤੀਲਾ ਔਰ ਲੀਰੋ ਲੀਰ ਹੋ ਗਿਆ, ਔਰ ਹੁਣ ਡਾਕਟਰ ਯਾਸਮੀਨ ਰਾਸ਼ਿਦ ਨੂੰ ਧੱਕੇ ਨਾਲ ਜੇਲ੍ਹ ਲੈ ਗਏ ਨੇ ਤਾਂ ਕਿ ਉਹਨਾਂ ਨੂੰ ਇਹਨਾਂ ਕੇਸਾਂ ਦੇ ਵਿੱਚ ਹੀ ਸਜ਼ਾ ਸੁਣਾਈ ਜਾ ਸਕੇ। ਕੇਸ ਤੇ ਬਿਲਕੁਲ ਇਹ ਉਹੀ ਹਾਲਤ ਹੋ ਗਈ ਹੈ ਜੋ ਟਾਇਰ ਫਟਣ ਤੋਂ ਬਾਅਦ ਟਿਊਬ ਦੀ ਹਾਲਤ ਹੁੰਦੀ ਹੈ, ਥੋੜ੍ਹੀ ਦੇਰ ਗੱਡੀ ਚੱਲ ਜਾਏ ਤੇ ਉਹੀ 9 ਮਈ ਦੇ ਨਾਲ ਹੋਇਆ। ਲੇਕਿਨ ਇਸ ਵੇਲੇ ਚੌਧਰੀ ਨਿਜ਼ਾਮੁਦੀਨ ਸਾਹਿਬ ਬਜ਼ਿੱਦ ਨੇ ਕਿ ਅਸੀਂ ਹਰ ਸੂਰਤ ਲੋਕਾਂ ਨੂੰ ਸਜ਼ਾਵਾਂ ਦਿਵਾਉਣੀਆਂ ਨੇ, ਕਿਉਂਕਿ ਉਹ ਆਪਣੀ ਧਾਕ ਬਿਠਾ ਕੇ ਰੱਖਣਾ ਚਾਹੁੰਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ। ਮਰੀ ਦੇ ਵਿੱਚ ਸ਼ਰੀਫ ਖਾਨਦਾਨ ਦੀ ਬੈਠਕ ਹੋਈ ਹੈ। ਉੱਥੇ ਨਵਾਜ਼ ਸ਼ਰੀਫ ਸਾਹਿਬ ਨੇ ਸ਼ਹਿਬਾਜ਼ ਸ਼ਰੀਫ ਅਤੇ ਮਰੀਮ ਨਵਾਜ਼ ਸ਼ਰੀਫ ਦੀਆਂ ਤਾਰੀਫਾਂ ਕੀਤੀਆਂ ਨੇ। ਉਹਨਾਂ ਆਖਿਆ ਪੈਟਰੋਲ 'ਤੇ ਜਿਹੜਾ ਆਵਾਮ ਨੂੰ ਤੁਸੀਂ ਰਿਲੀਫ ਦਿੱਤਾ ਉਹ ਬੱਲੇ ਬੱਲੇ ਬੱਲੇ। ਇਹ ਮੈਂ ਖਬਰ ਨਹੀਂ ਦੇਣ ਡਿਆ ਜਾਂ ਕੋਈ ਸਹਾਫੀ ਖਬਰ ਨਹੀਂ ਦੇਣ ਡਿਆ, ਇਹ ਪ੍ਰੈਸ ਰਿਲੀਜ਼ ਨੂਨ ਲੀਗ ਵਾਲਿਆਂ ਨੇ ਆਪ ਜਾਰੀ ਕੀਤੀ ਹੈ। ਤੁਸੀਂ ਇੰਜ ਕਰ ਲਓ ਕਿ ਤੁਸੀਂ ਆਪਣੇ ਸਾਰੇ ਜਿੰਨੇ ਵੀ ਸੁਣਨ ਵਾਲੇ ਪੜ੍ਹਨ ਵਾਲੇ ਹੋ, ਮੇਰਾ ਖਿਆਲ ਹੈ ਕਿ ਨਵਾਜ਼ ਸ਼ਰੀਫ ਸਾਹਿਬ ਚਾਹੁੰਦੇ ਨੇ ਵੀ ਤੁਸੀਂ ਸਾਰੇ ਆਪਣੇ ਮੱਥਿਆਂ ਦੇ ਉੱਤੇ ਚੇ ਦਾ ਲਫ਼ਜ਼ ਲਿਖ ਲਓ। ਚੇ ਨਾ ਚੌਧਰੀ ਹੁੰਦਾ, ਐਵੇਂ ਗੁੱਸਾ ਨਾ ਕਰ ਲੈਣਾ। ਉਹ ਕਿਉਂ ਚੇ ਦਾ ਲਫ਼ਜ਼ ਲਿਖ ਲਓ? ਕਿਉਂਕਿ ਪਿਛਲੇ ਦੋਵੇਂ ਵਾਰੀ 11 ਰੁਪਈਏ ਡੀਜ਼ਲ ਜਿਹੜਾ ਉਹ ਵਧਾਇਆ ਹੈ ਪਿਛਲੇ ਦੋਵੇਂ ਹਫ਼ਤੇ ਤੋਂ। ਉਹ ਆਉਂਦੇ ਨੇ ਪੈਟਰੋਲ 'ਚ ਰਿਲੀਫ ਦਿੱਤਾ ਹੈ। ਹਾਲਾਂਕਿ ਆਲਮੀ ਮਾਰਕੀਟ 'ਚ ਪੈਟਰੋਲ ਸਸਤਾ ਹੋਇਆ, ਇੱਥੇ ਵਧਾਇਆ। ਤੇ ਨਵਾਜ਼ ਸ਼ਰੀਫ ਸਾਹਿਬ ਪਤਾ ਨਹੀਂ ਕਿਹੜੀ ਅਹਿਮਕਾਂ ਦੀ ਜੰਨਤ 'ਚ ਰਹਿੰਦੇ ਨੇ, ਜਾਂ ਉਹ ਆਵਾਮ ਨੂੰ ਕਿੱਡਾ ਕੁ ਬੇਵਕੂਫ ਸਮਝਦੇ ਨੇ ਕਿ ਉਹ ਉੱਥੋਂ ਬਿਆਨੀਆਂ ਛੱਡਣ ਡਏ ਨੇ ਕਿ ਜਿਹੜਾ ਰਿਲੀਫ ਦਿੱਤਾ ਆਵਾਮ ਨੂੰ ਬੱਲੇ 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 ਬੱਲੇ। ਮੈਂ ਹੁਣ ਕੀ ਕਹਿ ਸਕਦਾ ਇਸ ਦੇ ਉੱਤੇ। ਉਸਮਾ ਬੁਖਾਰੀ ਸਾਹਿਬਾ ਵੀ ਫੜੀਆਂ ਗਈਆਂ ਨੇ। ਉਹਨਾਂ ਨੇ ਇਹ ਆਖਿਆ ਸੀ ਕਿ ਮਰੀਮ ਤੇ ਚਕਵਾਲ ਫਿਰਨ ਡਈ ਹੈ ਅਤੇ ਖਬਰਾਂ ਦੇਣ ਡਏ ਨੇ ਮਰੀ 'ਚ। ਆਪ ਉਸ ਖਬਰ ਨੂੰ ਡਿਨਾਈ ਕਰ ਰਹੇ ਨੇ ਅਤੇ ਆਪਣਾ ਹੀ ਮੀਡੀਆ ਜਿਹੜਾ ਉਹ ਸ਼ਹਿਬਾਜ਼ ਸ਼ਰੀਫ ਦੇ
ਔਰ ਮਰੀਮ ਨਵਾਜ਼ ਦੀ ਸ਼ਾਬਾਸ਼ ਜਿਹੜੀ ਨਵਾਜ਼ ਸ਼ਰੀਫ ਕੋਲ ਮਿਲੀ ਉਹਦੀ ਖਬਰ ਜਾਰੀ ਕਰ ਰਿਹਾ। ਮਤਲਬ ਇੱਕ ਪਾਸਿਓਂ ਇੱਕ ਮਿਜ਼ਾਈਲ ਚੱਲਣ ਡਿਆ ਤੇ ਦੂਜੇ ਪਾਸਿਓਂ ਦੂਜਾ, ਔਰ ਆਪੋ 'ਚ ਹੀ ਇਹ ਦੋਵੇਂ ਮਿਜ਼ਾਈਲ ਆ ਕੇ ਵੱਜਣ ਡਏ ਨੇ। ਆਜ਼ਮਾ ਬੁਖਾਰੀ ਸਾਹਿਬਾ ਵਿਚਾਰੀ ਵਿੱਚ ਜਿਹੜੀ ਉਹ ਕੈਜੂਅਲਟੀ ਹੋ ਗਈ ਹੈ, ਮਤਲਬ ਉਹ ਝੂਠ ਮਾਰ ਬੈਠੇ ਤੇ ਨਾਲ ਹੀ ਫੜੇ ਗਏ ਨੇ। ਅੱਛਾ ਜੀ, ਸਰਦਾਰ ਇਜਾਜ਼ ਇਸਹਾਕ ਖਾਨ ਜਸਟਿਸ ਨੇ, ਇਹਨਾਂ ਨੇ ਜਿਹੜਾ ਬਲਾਸਫੇਮੀ ਗੈਂਗ ਜਿਹੜਾ ਇੱਕ ਕਾਰੋਬਾਰ ਧੰਦਾ ਬਣਾਇਆ ਸੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਉੱਥੇ ਵਕੀਲ ਸੀ ਰਹੀਮ, ਸ਼ਾਇਦ ਉਹਦਾ ਨਾਂ ਸੀ ਰਾਓ ਰਹੀਮ, ਉਹਨੇ ਜਿਸ ਤਰੀਕੇ ਨਾਲ ਇੱਕ ਕੁੜੀ ਨੂੰ ਔਰ ਦੂਜਿਆਂ ਨੂੰ ਵਿੱਚ ਇਨਵੋਲਵ ਕਰਕੇ ਮੁਬੈਨਾ ਤੌਰ 'ਤੇ ਰਿਪੋਰਟਡਲੀ ਜਿਸ ਤਰੀਕੇ ਨਾਲ ਲੋਕਾਂ ਦੇ ਉੱਤੇ ਝੂਠੇ ਮਜ਼ਹਬ ਦੇ ਤੋਹੀਨ ਦੇ ਕੇਸ ਫਾਈਲ ਕੀਤੇ ਸਨ। ਹੁਣ ਪਤਾ ਇਹ ਲੱਗਾ ਕਿ ਕਈ ਲੋਕੀ ਜੇਲ੍ਹਾਂ ਦੇ ਵਿੱਚ ਪਾਗਲ ਹੋ ਗਏ, ਕਈਆਂ ਨੂੰ ਆਪਣਾ ਦੁਕਾਨ ਮਕਾਨ ਵੇਚਣਾ ਪਿਆ, ਕਈਆਂ ਦੇ ਕੋਲੋਂ ਪੱਤੇ ਲੈ ਗਏ, ਕਈ ਕਤਲ ਹੋ ਗਏ। ਹੁਣ ਜੱਜ ਸਾਹਿਬ ਨੇ ਇਹਦੇ ਉੱਤੇ ਇੱਕ ਆਲਾ ਸਤਹੀ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ, ਕਿਉਂਕਿ ਜਿਹੜੇ ਕਤਲ ਹੋਏ ਨੇ ਉਹਨਾਂ ਨੂੰ ਵੀ ਕੋਈ ਇਨਸਾਫ ਨਹੀਂ ਮਿਲ ਰਿਹਾ। ਉਹ ਜਿਹੜੀ ਖਾਤੂਨ ਹੈ ਉਹਦਾ ਵੀ ਪਤਾ ਨਹੀਂ ਲੱਗਣ ਡਿਆ, ਜਿਹੜੀ ਹਨੀ ਟਰੈਪ ਕਰਦੀ ਸੀ ਸਾਰਿਆਂ ਨੂੰ, ਔਰ ਰਾਓ ਰਹੀਮ ਸਾਹਿਬ ਜਿਹੜੇ ਨੇ ਉਹਨਾਂ ਦੇ ਵੀ ਜਿਹੜੇ ਸਾਰੇ ਬਿਆਨਾਤ ਨੇ ਉਹ ਬੜੇ ਮਤਜ਼ਾਦ ਨੇ। ਕੇਸ ਤਾਂ ਬੜਾ ਕਲੀਅਰ ਹੈ ਕਿ ਇਹਨਾਂ ਸਾਰਿਆਂ ਨੇ ਰਲ ਕੇ ਕੰਮ ਪਾਇਆ ਹੈ, ਲੇਕਿਨ ਉਹਦੇ ਵਿੱਚ ਬਹੁਤ ਸਾਰੀਆਂ ਹਜੇ ਕਨਫਿਊਜ਼ਨਸ ਨੇ। ਇਹ ਬੜਾ ਬਿਹਤਰ ਔਰ ਉਮਦਾ ਫੈਸਲਾ ਹੈ। ਕਈ ਮਜ਼ਹਬੀ ਸ਼ਖਸੀਅਤ ਜਿਹੜੀਆਂ ਨੇ ਉਹਨਾਂ ਨੇ ਇਹਦੇ ਉੱਤੇ ਜਸਟਿਸ ਇਸਹਾਕ ਦੇ ਉੱਤੇ ਬੜਾ ਤਨਕੀਦ ਕੀਤੀ ਹੈ। ਹਾਲਾਂਕਿ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਉਹਨਾਂ ਨੇ ਕਿਹੜਾ ਕਿਸੇ ਨੂੰ ਫਾਈਲ ਆਇਆ, ਉਹਨਾਂ ਨੇ ਸਿਰਫ ਇਹ ਕਿਹਾ ਵੀ ਇਨਵੈਸਟੀਗੇਸ਼ਨ ਕਰ ਲਓ। ਉਹਨਾਂ ਨੇ ਇੱਕ ਕਮਿਸ਼ਨ ਬਣਾ ਦਿੱਤਾ ਇਨਵੈਸਟੀਗੇਸ਼ਨ ਕਰਨ ਲਈ, ਅਤੇ ਅਗਰ ਲੋਕੀ ਸੱਚੇ ਨੇ ਤੇ ਉਹਨਾਂ ਨੂੰ ਇਨਵੈਸਟੀਗੇਸ਼ਨ ਤੋਂ ਕੀ ਡਰ ਹੋਣਾ ਚਾਹੀਦਾ। ਲੇਕਿਨ ਕਿਉਂਕਿ ਕ੍ਰਾਈਮ ਕੀਤਾ ਹੋਇਆ ਇਸ ਲਈ ਇਨਵੈਸਟੀਗੇਸ਼ਨ ਦਾ ਬੜਾ ਸ਼ਦੀਦ ਡਰ ਹੈ ਕਿ ਕਿਤੇ ਸੱਚ ਜਿਹੜਾ ਉਹ ਸਾਰਾ ਖੁੱਲ੍ਹ ਕੇ ਬਾਹਰ ਨਾ ਆ ਜਾਏ। ਅੱਗੇ ਚੱਲਦੇ ਜੀ, ਮਾਰਕਾਏ ਹੱਕ ਦੇ ਵਿੱਚ ਸ਼ਾਨਦਾਰ ਕਾਮਯਾਬੀ ਤੇ ISPR ਨੇ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਹੈ। ਪਤਾ ਨਹੀਂ ਹੈ ਹੁਣ ਸਾਹਿਰ ਅਲੀ ਬੱਗਾ ਸਾਹਿਬ ਇਹਦੇ 'ਚ ਆਏ ਨੇ ਕਿ ਨਹੀਂ ਨੇ, ਲੇਕਿਨ ਬਹਰਹਾਲ ਦਸਤਾਵੇਜ਼ੀ ਫਿਲਮ ਜਨਾਬ DG ISPR ਸਾਹਿਬ ਨੇ ਜਾਰੀ ਕੀਤੀ ਹੈ। ਪਹਿਲਗਾਮ, ਇਹ ਪਤਾ ਨਹੀਂ ਅਸੀਂ ਕਿੱਡਾ ਕਿਹਦੇ ਵਿੱਚੋਂ ਇਹਦੀ ਕਿੰਨੇ ਕੁ ਵਾਲੀਅਮ ਇਹਦੇ ਜਾਰੀ ਕਰਨੇ ਨੇ। ਹੁਣ ਤਾਂ ਕਿਤੇ ਪਹਿਲਗਾਮ ਵਾਲੇ ਆਪ ਹੀ ਆ ਕੇ ਮਾਫੀ ਨਾ ਮੰਗ ਲੈਣ ਕਿ ਸਰਕਾਰ ਸਾਨੂੰ ਮਾਫੀ ਦੇ ਦਿਓ। ਮੋਦੀ ਸਾਹਿਬ ਕਹਿਣ ਕਿ ਨਹੀਂ ਸਾਡੇ 'ਤੇ ਕੋਈ ਹਮਲਾ ਨਹੀਂ ਸੀ ਹੋਇਆ। ਜਿੰਨਾ ਕੁ ਅਸੀਂ ਇਹਨਾਂ ਦੇ ਵਿੱਚੋਂ ਜੂਸ ਕੱਢ ਲਿਆ ਨਾ ਸਾਰੀ ਗੱਲ ਤੋਂ, ਤੁਹਾਨੂੰ ਅਸੀਂ ਕੱਲ ਪਰਸੋਂ ਉਰਦੂ ਵੀਲੌਗ 'ਚ ਦੱਸਿਆ ਸੀ, ਇਹ ਫਿਰ ਤੁਹਾਨੂੰ ਵਿਖਾ ਦਿੰਦੇ ਕਿ ਉੱਥੇ ਜਿਹੜੀ ਆਪਣਾ ਦਾ ਕਨਵੈਨਸ਼ਨ ਹੋਇਆ ਐਨੂਅਲ ਡਾਕਟਰਾਂ ਦਾ, ਉੱਥੇ ਬਕਾਇਦਾ ਆਪਣਾ ਜਿਹੜਾ ਐਡਵਰਟਾਈਜ਼ਿੰਗ ਮਟੀਰੀਅਲ ਜਨਾਬ ਨੇ ਰੱਖਿਆ ਸੀ, ਉੱਥੇ ਜਿਹੜੇ ਬਰੋਸ਼ਰ ਸਨ, ਜਿਹੜੇ ਲੀਫਲੇਟ ਸਨ, ਉਹ ਤਕਸੀਮ ਉੱਥੇ ਹੋ ਰਹੇ ਸਨ। ਮਤਲਬ ਇੰਝ ਹੀ ਸੀ ਜਿਵੇਂ ਕੋਈ ਇਲੈਕਸ਼ਨ ਲੜ ਰਹੇ ਨੇ। ਮੈਨੂੰ ਤਾਂ ਲੱਗ ਰਿਹਾ ਸੀ ਜਿਵੇਂ DG ISPR ਸਾਹਿਬ ਅਤੇ ਫੀਲਡ ਮਾਰਸ਼ਲ ਸਾਹਿਬ ਨੇ ਅਗਲੀ ਵਾਰੀ ਆਪਣਾ ਦੇ ਡਿਫਰੈਂਟ ਜਿਹੜੇ ਪੋਜੀਸ਼ਨਸ ਨੇ ਉਹਨਾਂ ਦਾ ਇਲੈਕਸ਼ਨ ਲੜਨਾ। ਇਹ ਤਾਂ ਹਾਲਤ ਹੈ। ਮਤਲਬ ਇੰਨਾ ਤਾਂ ਸਾਨੂੰ ਚਾਹ ਹੈ ਆਪਣੀ ਐਡਵਰਟਾਈਜ਼ਿੰਗ ਦਾ। ਅਤੇ ਦੂਸਰੇ ਪਾਸੇ ਇਹ ਵੀ ਖਬਰ ਦਿੱਤੀ ਸੀ ਕਿ DG ISPR ਸਾਹਿਬ ਨੇ 7000 ਬੱਚੇ ਜਿਹੜੇ ਉਹਨਾਂ ਦੇ ਨਾਲ ਔਨਲਾਈਨ ਸਿਟਿੰਗ ਕੀਤੀ ਹੈ। ਉਹਦੇ ਵਿੱਚ APS ਦੇ ਵੀ ਨੇ, ਸਕੂਲਾਂ ਦੇ ਵੀ, ਕਾਲਜਾਂ ਦੇ ਵੀ, ਯੂਨੀਵਰਸਿਟੀਆਂ ਦੇ ਵੀ, ਔਰ ਉਹਨਾਂ ਨੂੰ ਵੀ ਦੱਸਿਆ ਹੈ ਕਿ ਜਨਾਬ PTI ਕਿੱਡੀ ਬੁਰੀ ਹੈ ਅਤੇ ਅਸੀਂ ਕਿੱਡੇ ਚੰਗੇ ਹਾਂ। ਅਤੇ ਇਹ ਕੰਮ ਦੜਾ ਦੜ ਹੋ ਰਿਹਾ ਮੁਲਕ ਤੋਂ ਬਾਹਰ ਵੀ ਅਤੇ ਮੁਲਕ ਦੇ ਅੰਦਰ ਵੀ। ਰੱਬ ਹੀ ਖੈਰ ਕਰੇ ਕਿ ਮਾਮਲਾ ਜਿਹੜਾ ਉਹ ਕਿਸ ਪਾਸੇ ਜਾਣਾ। ਅੱਛਾ ਜੀ, ਅਤਰ ਕਾਜ਼ਮੀ ਸਾਹਿਬ ਨੇ ਅਗਲੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਵੇਖੋ PTI ਦਾ ਕਾਰਕੁਨ ਕੈਸਾ ਹੈ ਕਿ ਉਹ ਟਿਕਟ ਦੇਣ 'ਤੇ ਸਵਾਲ ਕਰ ਰਿਹਾ, ਭਲੇ ਮਿਰਜ਼ਾ ਅਫਰੀਦੀ ਹੋਵੇ ਜਾਂ ਭਲੇ ਕੋਈ ਹੋਰ ਹੋਵੇ, ਉੱਥੇ ਟਿਕਟ 'ਤੇ ਸਵਾਲ ਹੋ ਰਿਹਾ। ਲੇਕਿਨ ਉਹਨਾਂ ਨੇ ਕਿਹਾ ਕਿ ਦੂਸਰੇ ਪਾਸੇ ਵੇਖ ਲਓ, ਨੂਨ ਲੀਗ ਨੇ ਇਖਤਿਆਰ ਵਲੀ ਜਾਂ ਆਪਣੇ ਪੁਰਾਣੇ ਲੋਕਾਂ ਨੂੰ ਟਿਕਟ ਨਹੀਂ ਦਿੱਤਾ, ਬਲਕਿ ਅਮੀਰ ਮੁਕਾਮ ਦੇ ਪੁੱਤਰ ਨੂੰ ਟਿਕਟ ਦਿੱਤਾ, ਲੇਕਿਨ ਨੂਨ ਲੀਗ ਦੇ ਵਿੱਚ ਕੋਈ ਸਵਾਲ ਨਹੀਂ। ਵੈਸੇ ਗੱਲ ਵੀ ਠੀਕ ਹੈ ਅਤਰ ਕਾਜ਼ਮੀ ਸਾਹਿਬ ਦੀ। ਨੂਨ ਲੀਗ ਦੇ ਵੋਟਰ ਨੂੰ ਵੀ ਪਤਾ ਵੀ ਅਸੀਂ ਇਹੋ ਜਿਹੇ ਹੀ ਹਾਂ, ਉਹ ਉੱਥੇ ਕੋਈ ਤਨਕੀਦ ਨਹੀਂ ਕਰਦੇ। PTI ਦੇ ਵਿੱਚ ਤਨਕੀਦ ਇਸ ਲਈ ਹੁੰਦੀ ਹੈ ਕਿ PTI ਨੂੰ ਪਤਾ ਹੈ ਕਿ ਇਮਰਾਨ ਖਾਨ ਇਹੋ ਜਿਹਾ ਨਹੀਂ, ਨਾ ਉਹਦਾ ਨਜ਼ਰੀਆ। ਜਦੋਂ ਕੋਈ ਬਾਹਰ 19-21 ਕਰਦਾ ਹੈ ਅਤੇ ਉਹ ਫਿਰ ਉਸ 19-21 ਨੂੰ ਜਿਹੜਾ ਉਹ ਘੱਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਵਰਕਰ ਉਹਨੂੰ ਮਾਈਨਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਉਹ ਸਮਝਦੇ ਨੇ ਕਿ ਇਮਰਾਨ ਖਾਨ ਸਾਹਿਬ ਇਹੋ ਜਿਹੀ ਕਿਸੇ ਚੀਜ਼ ਦੀ ਇਜਾਜ਼ਤ ਨਹੀਂ ਦੇਣ ਲੱਗੇ, ਕਿਉਂਕਿ ਪਾਰਟੀ ਜਿਹੜੀ ਹੈ ਉਹ ਨਜ਼ਰੀਏ 'ਤੇ ਖਲੋਤੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ख्वाजा आसिफ ਸਾਹਿਬ ਨੇ ਇੱਕ ਟਵੀਟ ਕੀਤਾ ਹੈ ਅਤੇ ਉਹਦੇ 'ਚ ਇਹੀ ਆਖਿਆ ਕਿ ਜਨਾਬ ਇਹ ਜਿਹੜਾ ਇਮਰਾਨ ਖਾਨ ਸਾਹਿਬ ਆਉਂਦੇ ਨੇ ਕਿ ਮੇਰੇ ਖਾਨਦਾਨ ਨਾਲ ਵੀ ਮੇਰੀ ਮੁਲਾਕਾਤ ਨਹੀਂ ਹੋ ਰਹੀ, ਮੇਰੀ ਬੀਵੀ ਨਾਲ ਵੀ ਮੁਲਾਕਾਤ ਨਹੀਂ ਹੋ ਰਹੀ। ਉਹਨਾਂ ਆਖਿਆ ਵੀ ਨਵਾਜ਼ ਸ਼ਰੀਫ ਦਾ TV ਅਖਬਾਰ ਬੰਦ ਕਰ ਦਿੱਤਾ ਸੀ, ਬੇਗਮ ਨਾਲ ਵੀ ਗੱਲ ਨਹੀਂ ਸੀ ਕਰਾਈ, ਫਲਾਨਾ ਕੀਤਾ ਸੀ ਫਲਾਨਾ। ਫਿਰ ਵਿੱਚ ਆਪਣਾ ਵੀ ਮੰਜਣ ਵੇਚਿਆ ਕਿ ਮੈਂ ਜਨਵਰੀ ਦੀਆਂ ਰਾਤਾਂ ਨੂੰ ਠੰਡੇ ਫਰਸ਼ ਦੇ ਉੱਤੇ ਸੁੱਤਾ ਸਾਂ, ਮੇਰੇ ਕੋਲ ਰਜ਼ਾਈ ਨਹੀਂ ਸੀ। ਹਾਲਾਂਕਿ ਇਹ ਬੇਸ਼ਰਮ ਆਦਮੀ ਹਸਪਤਾਲਾਂ 'ਚ ਰਿਹਾ, ਇਹ ਇੱਕ ਦਿਨ ਵੀ ਜੇਲ੍ਹ ਰਿਹਾ ਹੀ ਨਹੀਂ। ਇਹਨੇ ਕਦੀ ਆਖਿਆ ਮੇਰੀਆਂ ਅੱਖਾਂ ਖਰਾਬ ਨੇ, ਕਦੀ ਆਖਿਆ ਮੇਰੀ ਫਲਾਨੀ ਸ਼ੈ ਖਰਾਬ ਹੈ, ਕਦੀ ਫਲਾਨੀ ਸ਼ੈ ਖਰਾਬ ਹੈ। ਅਤੇ ਇਹ ਭਾਈ ਹੋਰੀ ਜਿਹੜੇ ਨੇ ਇਹ ਸਾਰਾ ਟਾਈਮ ਹਸਪਤਾਲ ਦੇ ਵਿੱਚ ਰਹੇ। ਜਨਰਲ ਬਾਜਵਾ ਨੇ ਇਹਨਾਂ ਨੂੰ ਹਸਪਤਾਲ 'ਚ ਰੱਖਿਆ। ਇਹਨਾਂ ਦਾ ਪ੍ਰਾਈਵੇਟ ਸੈਕਟਰੀ ਇਹਨਾਂ ਦੇ ਨਾਲ ਰਿਹਾ, ਇਹਨਾਂ ਦਾ ਪ੍ਰਾਈਵੇਟ ਸੈਕਟਰੀ ਜਿਹੜਾ ਸੀ ਉਹ ਇਹਨਾਂ ਦੇ ਨਾਲ ਰਿਹਾ। ਇਹਨਾਂ ਦੀ ਬੇਗਮ ਉਸ ਕਮਰੇ ਦੇ ਵਿੱਚ ਇਹਨਾਂ ਦੇ ਨਾਲ ਰਹਿੰਦੀ ਰਹੀ ਹੈ ख्वाजा ਸਾਹਿਬ ਦੀ। ਇਹਨਾਂ ਨੂੰ ਲੋਕੀ ਕਿਸੇ ਵੇਲੇ ਵੀ ਮਿਲਦੇ ਸਨ, ਪਸੰਦ ਦੇ ਜਰਨਲਿਸਟ ਕਿਸੇ ਵੇਲੇ ਵੀ ਮਿਲਦੇ ਸਨ। 3-4 ਜਰਨਲਿਸਟ ਬੜੇ ਸੀਨੀਅਰ ਨੇ ਇਸਲਾਮਾਬਾਦ ਦੇ ਵਿੱਚ, ਉਹ ਸਾਰਿਆਂ ਨੂੰ ਪਤਾ ਕਿ ਇਹਨਾਂ ਨੂੰ ਮਿਲਦੇ ਰਹੇ ਨੇ। ਲੇਕਿਨ ख्वाजा ਸਾਹਿਬ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਰਾਤੀ 11 ਵਜੇ ਤੋਂ ਬਾਅਦ ਖਾਂਸੀ ਦਾ ਸ਼ਰਬਤ ਪੀ ਲੈਂਦੇ ਨੇ ਅਤੇ ਫਿਰ ਬਹੁਤ ਜ਼ਿਆਦਾ ਉਹਨਾਂ ਨੂੰ ਕੋਈ ਸਮਝ ਨਹੀਂ ਹੁੰਦੀ ਕੀ ਕਹਿਣ ਡਏ ਨੇ।
ਉਸ ਵੇਲੇ ਉਹ ਜਿਹੜੇ ਟਵੀਟ ਕਰਦੇ ਨੇ, ਮੈਨੂੰ ਤੇ ਕਿਸੇ ਨੇ ਆਪਣੇ ਆਪ ਨੂੰ ਹੀ ਗੰਦੀਆਂ ਗਾਲਾਂ ਨਾ ਕੱਢ ਛੱਡਣ ਖਵਾਜਾ ਸਾਹਿਬ, ਕਿਉਂਕਿ ਜਿਸ ਪਾਸੇ ਨੂੰ ਤੁਰੇ ਨੇ ਇੱਕ ਦਿਨ ਇਹੀ ਹੋਣਾ ਕਿ ਉਹਨਾਂ ਨੇ ਆਪਣੇ ਆਪ ਨੂੰ ਗਾਲਾਂ ਕੱਢ ਛੱਡਣੀਆਂ ਨੇ, ਕਿਉਂਕਿ ਆਪੇ ਤੋਂ ਬਾਹਰ ਹੋ ਜਾਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਰਿਆਮ ਖਾਨ ਸਾਹਿਬ ਨੇ ਇੱਕ ਨਵਾਂ ਬਿਆਨ ਛੱਡ ਦਿੱਤਾ। ਉਹਨਾਂ ਕਿਹਾ ਜੇਲ੍ਹ ਕੱਟਣਾ ਕਿਹੜੀ ਕੋਈ ਵੱਡੀ ਗੱਲ ਹੈ, ਜੇਲ੍ਹ ਤੇ ਨੈਲਸਨ ਮੰਡੇਲਾ ਨੇ ਵੀ ਕੱਟੀ ਸੀ। ਵਾਹ ਵਾਹ, ਰਿਆਮ ਖਾਨ ਸਾਹਿਬਾਂ ਨੇ ਅਖੀਰੀ ਕਰ ਦਿੱਤੀ। ਮਤਲਬ ਤਨਕੀਦ ਕਰਨ ਵਾਸਤੇ ਉਹਨਾਂ ਨੂੰ ਜਿਹੜੀ ਮਿਸਾਲ ਦੇਣੀ ਪਈ ਉਹ ਵੀ ਨੈਲਸਨ ਮੰਡੇਲਾ ਦੀ ਦੇਣੀ ਪਈ। ਲੇਕਿਨ ਮੇਰਾ ਖਿਆਲ ਇਹ ਵੀ ਪਟਵਾਰੀ ਨੇ ਜ਼ੇਨ ਤੋਂ, ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਕਿੱਡੀ ਵੱਡੀ ਗੱਲ ਕਰ ਦਿੱਤੀ। ਬਿਲਕੁਲ ਨੈਲਸਨ ਮੰਡੇਲਾ ਨੇ ਜੇਲ੍ਹ ਕੱਟੀ ਸੀ, ਔਰ ਵਾਕਈ ਜੇਲ੍ਹ ਕੱਟਣਾ ਬੜੀ ਵੱਡੀ ਗੱਲ ਹੈ ਕਿਸੇ ਵੀ ਸਿਆਸੀ ਆਦਮੀ ਲਈ। ਇਸੇ ਲਈ ਨੈਲਸਨ ਮੰਡੇਲਾ ਸਾਹਿਬ ਦਾ ਐਡਾ ਵੱਡਾ ਕਦ-ਕਾਠ ਹੈ ਅਤੇ ਇਸੇ ਲਈ ਇਮਰਾਨ ਖਾਨ ਦਾ ਐਡਾ ਵੱਡਾ ਕਦ-ਕਾਠ ਹੈ। ਬਹਰਹਾਲ ਰਿਆਮ ਖਾਨ ਸਾਹਿਬਾਂ ਨੇ ਇੱਕ ਪਾਰਟੀ ਲਾਂਚ ਕੀਤੀ ਹੈ, ਔਰ ਹੁਣ ਉਹ ਕਹਿੰਦੇ ਨੇ ਕਿ ਮੇਰੇ ਮਕਾਸਦ ਬਹੁਤ ਵੱਡੇ ਨੇ। ਮੈਂ ਕੋਈ ਵਜ਼ੀਰ ਆਲਾ ਜਾਂ ਵਜ਼ੀਰ ਆਜ਼ਮ ਬਣਨ ਵਾਸਤੇ ਪਾਰਟੀ ਲਾਂਚ ਨਹੀਂ ਕੀਤੀ, ਮੇਰੇ ਮਕਾਸਦ ਬਹੁਤ ਵੱਡੇ ਨੇ। ਕੀ ਕਹਿੰਦੇ ਨੇ, ਜ਼ਰਾ ਸੁਣੋ। मेरी जो एम्बिशन है ना वो इतनी मतलब बड़ी है कि वो सिर्फ इतनी छोटी एम्बिशन नहीं है कि मैं चीफ मिनिस्टर बन जाऊं, मैं प्राइम मिनिस्टर बन जाऊं। ਸੁਣ ਲਿਆ ਜੇ, ਇਹ ਮੈਨੂੰ ਲੱਗਦਾ ਕਿਤੇ ਬਾਜੀ ਨੇ ਫੀਲਡ ਮਾਰਸ਼ਲ ਤਾਂ ਨਹੀਂ ਬਣਨਾ, ਕਿਉਂਕਿ ਇਦੋਂ ਗਾਂਧ ਮੇਰੀ ਸਮਝ ਤੋਂ ਬਾਹਰ ਹੈ ਕਿ ਚੀਫ ਮਿਨਿਸਟਰ ਤੋਂ ਅਤੇ ਪ੍ਰਾਈਮ ਮਿਨਿਸਟਰ ਤੋਂ ਉੱਤੇ ਇਸ ਬੀਬੀ ਨੇ ਕੀ ਬਣਨਾ ਹੈ। ਕਿਤੇ ਫੀਲਡ ਮਾਰਸ਼ਲ ਬਣਨ ਦਾ ਇਹਨਾਂ ਦਾ ਪ੍ਰੋਗਰਾਮ ਤਾਂ ਨਹੀਂ ਬੀਬੀ ਦਾ, ਕਿਤੇ ਜਿਹੜਾ ਆਉਂਦੇ ਨੇ ਮੈਂ ਪਾਰਟੀ ਲਾਂਚ ਕੀਤੀ ਅਤੇ ਮੈਂ ਪਤਾ ਨਹੀਂ ਕੀ ਬਣਨਾ। ਬਹਰਹਾਲ ਬਣਨਾ ਤੇ ਬੀਬੀ ਤੂੰ ਬੇਵਕੂਫੀ ਆਖਰ ਦੇ ਉੱਤੇ, ਮੈਂ ਤੈਨੂੰ ਹੁਣੇ ਦੱਸ ਦਿਆਂ। ਜਿਹੜਾ ਵੀ ਭੈਣ ਮੇਰੀ ਹੈ ਤੈਨੂੰ ਇਸਤੇਮਾਲ ਕਰ ਰਿਹਾ, ਉਹਨੇ ਇੱਕ ਵਾਰੀ ਫੇਰ ਤੁਹਾਨੂੰ ਇਸਤੇਮਾਲ ਕਰਨਾ ਜਿਹਨੇ ਤੁਹਾਨੂੰ ਲਾਂਚ ਕੀਤਾ। ਬਹਰਹਾਲ ਵੇਖਦੇ ਹਾਂ ਤੁਹਾਡੇ ਨਾਲ ਕੀ ਹੁੰਦਾ। ਅੱਛਾ ਜੀ, ਅੱਗੇ ਚੱਲਦੇ। ਅੱਗੇ ਇਸ ਵੇਲੇ ਚੀਨੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 195 ਤੋਂ ਲੈ ਕੇ 205 ਰੁਪਈਏ ਇਸ ਵੇਲੇ ਚੀਨੀ ਵਿਕ ਰਹੀ ਹੈ। ਲੇਕਿਨ ਤੁਸੀਂ ਵੇਖਿਆ ਕਿਸੇ 'ਤੇ ਮੁਕੱਦਮਾ ਦਰਜ ਨਹੀਂ ਹੋਇਆ, ਕਿਸੇ ਦੀ ਅਜੇ ਤੱਕ ਪਕੜਾਈ ਨਹੀਂ ਹੋਈ। ਇਹ ਗੌਰ ਨਾਲ ਤੁਸੀਂ ਇਸ ਗੱਲ ਨੂੰ ਗੌਰ ਨਾਲ ਸਮਝਣਾ ਹੈ। ਕਿਸੇ ਮਿੱਲ ਵਾਲੇ 'ਤੇ, ਕਿਸੇ ਹੋਲਸੇਲਰ 'ਤੇ, ਕਿਸੇ ਡਿਸਟਰੀਬਿਊਟਰ 'ਤੇ ਅਜੇ ਤੱਕ ਪਰਚਾ ਨਹੀਂ ਹੋਇਆ। ਇੱਕ ਪਰਚਾ ਵੀ ਪੂਰੇ ਪੰਜਾਬ 'ਚ ਜਾਂ ਪਾਕਿਸਤਾਨ 'ਚ ਨਾ ਕਿਸੇ ਨੂੰ ਚੁੱਕਿਆ ਗਿਆ। ਕਿਉਂ? ਕਿਉਂਕਿ ਮਿੱਲਾਂ ਔਰ ਪੂਰਾ ਸਿਸਟਮ ਸ਼ਰੀਫ ਖਾਨਦਾਨ ਔਰ ਦੂਜੇ ਖਾਨਦਾਨਾਂ ਦੀਆਂ ਨੇ। ਦੂਜੇ ਪਾਸੇ ਜ਼ਰਾ ਫਲਿੱਪ ਕਰਕੇ ਯਾਦ ਕਰੋ, ਜਿਸ ਵੇਲੇ ਗੰਦਮ ਦਾ ਰੇਟ ਮੁਕਰਰ ਕੀਤਾ ਗਿਆ ਸੀ ਅਤੇ ਉਹਦੇ ਤੋਂ ਜਿਸ ਵੇਲੇ ਗੰਦਮ ਮਹਿੰਗੀ ਹੋਈ ਸੀ ਅਤੇ ਜ਼ਿਮੀਂਦਾਰਾਂ ਦੇ ਖਿਲਾਫ ਮਰੀਮ ਬੀਬੀ ਨੇ ਪਰਚੇ ਦਵਾ ਛੱਡੇ ਸਨ। ਉਹਦੀ ਵਜ੍ਹਾ ਕੀ ਸੀ? ਕਿਉਂਕਿ ਜ਼ਿਮੀਂਦਾਰ ਅਸ਼ਰਾਫੀਆ ਤੋਂ ਨਹੀਂ ਹੈ। ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹਨੂੰ ਇਹਨਾਂ ਤੁੰਨ ਕੇ ਰੱਖ ਦਿੱਤਾ, ਕਿਉਂਕਿ ਉਹ ਅਗਰ 2 ਰੁਪਈਏ ਮਹਿੰਗੀ ਗੰਦਮ ਵੇਚ ਸਕਦਾ ਸੀ, ਮਾਰਕੀਟ ਦੇ ਵਿੱਚ ਮੁੱਲ ਹੈ ਸੀ, ਅਤੇ ਉਹਦੇ 'ਤੇ ਪਰਚੇ ਦਿੰਦੇ ਸਨ ਅਤੇ ਉਹਨੂੰ ਫੜਦੇ ਸਨ। ਯਾਦ ਕਰੋ। ਲੇਕਿਨ ਚੀਨੀ ਵਾਲਿਆਂ ਲਈ ਜਿਹੜਾ ਕਾਨੂੰਨ ਹੈ ਔਰ ਮਿਆਰ ਹੈ ਉਹ ਫ਼ਰਕ ਹੈ, ਕਿਉਂਕਿ ਉਹ ਆਪਣੇ ਘਰ ਦੀ ਗੱਲ ਹੈ। ਦੂਜੇ ਪਾਸੇ ਜਿਹੜਾ ਆਮ ਕਿਸਾਨ ਹੈ ਉਹਨੂੰ ਆਉਂਦੇ ਨੇ ਤੁੰਨ ਕੇ ਰੱਖ ਦਿਓ, ਉਹਦਾ ਸਿਸਟਮ ਜਿਹੜਾ ਉਹ ਹੋਰ ਹੈ। ਕਰਾਚੀ ਯੂਨੀਵਰਸਿਟੀ ਦੀ ਖਬਰ ਸੁਣ ਲਓ। ਇੱਥੇ ਵੀ ਪਤਾ ਨਹੀਂ ਸਾਹਿਰ ਅਲੀ ਬੱਗਾ ਸਾਹਿਬ ਨੇ ਕੰਮ ਦਿਖਾ ਦਿੱਤਾ ਹੈ। ਇੱਥੇ ਕਰਾਚੀ ਯੂਨੀਵਰਸਿਟੀ ਦੇ ਵਿੱਚ ਜਾਮਿਆ ਕਰਾਚੀ ਸਟਾਫ ਟਾਊਨ ਦੇ ਵਿੱਚ ਕਚਰਾ ਜਲਾਉਣ ਤੋਂ ਮਨਾ ਕਰਨ 'ਤੇ ਰੇਂਜਰ ਅਹਿਲਕਾਰ ਨੇ ਪ੍ਰੋਫੈਸਰ ਸਾਹਿਬ ਦੇ ਮੂੰਹ 'ਤੇ ਥੱਪੜ ਮਾਰ ਛੱਡੇ। ਪ੍ਰੋਫੈਸਰ ਆਫਾਕ ਸਦੀਕੀ ਸਾਹਿਬ ਦੇ ਮੂੰਹ 'ਤੇ ਥੱਪੜ ਮਾਰੇ ਗਏ, ਔਰ ਰੇਂਜਰ ਅਹਿਲਕਾਰ ਜਿਹੜਾ ਉਹਨੂੰ ਫਿਰ ਅਗਲਿਆਂ ਨੇ ਕਿਹਾ ਵੀ ਇਹ ਇੰਝ ਹੀ ਰਹਿਣਾ, ਜੋ ਕਰ ਸਕਦੇ ਹੋ ਕਰ ਲਓ। ਬਹਰਹਾਲ ਫਿਰ ਟੀਚਰ ਸਾਰੇ ਇਕੱਠੇ ਹੋਏ, ਯੂਨੀਵਰਸਿਟੀ ਦੇ ਸਾਰੇ ਟੀਚਰ ਪ੍ਰੋਫੈਸਰ ਆਫਾਕ ਸਦੀਕੀ ਸਾਹਿਬ ਦੇ ਨਾਲ ਰਲੇ, ਬੜਾ ਰੌਲਾ ਸ਼ੌਲਾ ਪਿਆ ਅਤੇ ਹੁਣ ਆਖਿਰ ਜਾ ਕੇ ਰੇਂਜਰ ਦਾ ਅਹਿਲਕਾਰ ਜਿਹੜਾ ਸ਼ਾਇਦ ਉਹਨੂੰ ਮੁਅੱਤਲ ਕੀਤਾ। ਬਹਰਹਾਲ ਪ੍ਰੋਫੈਸਰ ਸਾਹਿਬ ਤੁਸੀਂ ਵੀ ਕਿੱਥੇ ਪੱਗੇ ਲੈਂਦੇ ਹੋ, ਕਿੱਥੇ ਚੌਧਰੀ, ਕਿੱਥੇ ਤੁਸੀਂ ਮੇਰੇ ਵਰਗੇ ਪ੍ਰੋਫੈਸਰ 'ਤੇ ਚਪੇੜਾਂ ਹੀ ਪੈਣੀਆਂ ਸਨ ਜਨਾਬ। ਤੁਸੀਂ ਪੜ੍ਹੇ ਲਿਖੇ ਹੋ, ਇੱਕ ਆਮ ਆਦਮੀ ਹੋ। ਇਹ ਤੁਹਾਡਾ ਮੁਲਕ ਤਾਂ ਨਹੀਂ ਹੈ ਨਾ, ਤੁਸੀਂ ਤਾਂ ਖਾਮ-ਖਾ ਹੋ ਇਸ ਮੁਲਕ ਦੇ ਵਿੱਚ। ਅਤੇ ਸ਼ੁਕਰ ਕਰੋ ਚਪੇੜਾਂ ਨਾਲ ਕੰਮ ਮੁੱਕ ਗਿਆ, ਕਿਤੇ ਤੁਹਾਨੂੰ ਨੰਗਿਆਂ ਕਰਕੇ ਲੰਮਿਆਂ ਪਾ ਕੇ ਕਟਾਪਾ ਨਹੀਂ ਚਾੜਿਆ ਅਗਲਿਆਂ ਨੇ। ਅਤੇ ਇਹ ਹਿਸਾਬ ਕਿਤਾਬ ਹੈ ਕਿ ਪਹਿਲਾਂ ਅਸੀਂ ਯੂਨੀਵਰਸਿਟੀਆਂ ਦੀਆਂ ਕਾਲੋਨੀਆਂ 'ਚ ਰਹਿਣਾ ਵੀ ਹੈ, ਅਤੇ ਉਸ ਤੋਂ ਬਾਅਦ ਅਗਰ ਕਿਸੇ ਨੇ ਕਚਰਾ ਸਾੜਨ ਦੇ ਉੱਤੇ ਆਖਿਆ ਵੀ ਆਲੂਦਗੀ ਨਾ ਫੈਲਾਓ, ਅਤੇ ਅਸੀਂ ਮੂੰਹਾਂ 'ਤੇ ਚਪੇੜਾਂ ਵੀ ਮਾਰਨੀਆਂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਸੈਨੇਟ ਦੀ ਕਾਇਮਾ ਕਮੇਟੀ ਬਰਾਏ ਸਮੁੰਦਰ ਪਾਰ ਪਾਕਿਸਤਾਨੀਆਂ ਦਾ ਇਜਲਾਸ ਹੋਇਆ। ਉਹਨਾਂ ਨੇ ਦੱਸਿਆ ਕਿ 76 ਮੁਲਕਾਂ ਦੇ ਵਿੱਚ 76 ਕੰਟਰੀਜ਼ ਦੇ ਵਿੱਚ 21,406 ਪਾਕਿਸਤਾਨੀ ਕੈਦ ਨੇ। 21,406 ਪਾਕਿਸਤਾਨੀ ਜਿਹੜੇ ਨੇ ਉਹ 76 ਕੰਟਰੀਜ਼ ਦੇ ਵਿੱਚ ਕੈਦ ਦੇ ਵਿੱਚ ਨੇ। ਸਭ ਤੋਂ ਜ਼ਿਆਦਾ ਜਿਹੜੇ ਕੈਦ ਨੇ ਉਹ ਸਾਊਦੀ ਅਰਬ ਦੇ ਵਿੱਚ ਨੇ। ਤਕਰੀਬਨ 11,000 ਪਾਕਿਸਤਾਨੀ ਸਾਊਦੀ ਅਰਬ 'ਚ ਕੈਦ ਨੇ। ਚੇਤੇ ਕਰੋ ਜਿਸ ਵੇਲੇ ਇਮਰਾਨ ਖਾਨ ਦੀ ਹਕੂਮਤ ਸੀ ਅਤੇ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਪਾਕਿਸਤਾਨ ਆਏ ਸਨ, ਅਤੇ ਇਮਰਾਨ ਖਾਨ ਨੇ ਉਹਨਾਂ ਕੋਲੋਂ ਇੱਕੋ ਹੀ ਸ਼ੈ ਮੰਗੀ ਸੀ। ਨਾ ਫਰੀ ਤੇਲ ਮੰਗਿਆ ਸੀ, ਨਾ ਕਰਜ਼ਾ ਮੰਗਿਆ ਸੀ, ਨਾ ਪੈਸੇ ਮੰਗੇ ਸੀ, ਕੋਈ ਹੋਰ ਸ਼ੈ ਨਹੀਂ ਸੀ ਮੰਗੀ। ਇੱਕੋ ਹੀ ਸ਼ੈ ਮੰਗੀ ਸੀ ਕਿ ਮੇਰੀ ਜਿਹੜੀ ਲੇਬਰ ਹੈ, ਮੇਰੇ ਜਿਹੜੇ ਲੋਕ ਨੇ ਉੱਥੇ, ਉਹਨਾਂ ਕੋਲੋਂ ਅਗਰ ਕੋਈ ਛੋਟੀ ਮੋਟੀ ਕੋਤਾਹੀ, ਕੋਈ ਫਾਈਨ, ਕੋਈ ਚੀਜ਼, ਅਤੇ ਜੇਲ੍ਹਾਂ 'ਚ ਨੇ, ਉਹਨਾਂ ਨੂੰ ਛੱਡ ਦਿਓ। ਉਹਨਾਂ ਦੇ ਘਰ ਵਾਲੇ ਬੜੇ ਮਜਬੂਰ ਨੇ, ਉਹਨਾਂ ਕੋਲ ਇੰਨੇ ਪੈਸੇ ਨਹੀਂ ਕਿ ਤੁਹਾਡੇ ਮੁਲਕਾਂ 'ਚ ਕੇਸ ਲੜ ਸਕਣ। ਉਹ ਤਾਂ ਉੱਥੇ ਮਜ਼ਦੂਰੀ ਕਰਨ ਗਏ ਨੇ ਅਤੇ ਫਸ ਗਏ ਨੇ। ਤਕਰੀਬਨ 7,000 ਦੇ ਕਰੀਬ ਬੰਦਾ ਉਸ ਵੇਲੇ ਸ਼ਾਇਦ ਰਿਹਾ ਕੀਤਾ ਗਿਆ ਸੀ, ਅਤੇ ਉਹ ਉਸ ਵੇਲੇ ਗਰੀਬਾਂ ਦਾ, ਆਮ ਆਦਮੀਆਂ ਦਾ ਭਰਾ, ਆਮ ਆਦਮੀਆਂ ਦਾ ਖਿਆਲ ਕਰਨ ਵਾਲਾ, ਆਮ ਆਦਮੀਆਂ ਦਾ ਵਾਲੀ ਵਾਰਸ ਉਸ ਵੇਲੇ
ਪਾਕਿਸਤਾਨ ਦੇ ਵਜ਼ੀਰ ਆਜ਼ਮ ਹਾਊਸ ਦੇ ਵਿੱਚ ਵਜ਼ੀਰ ਆਜ਼ਮ ਬਣ ਕੇ ਬੈਠਾ ਸੀ ਤੇ ਉਹਨੇ ਉਹਨਾਂ ਦੀ ਗੱਲ ਕੀਤੀ ਸੀ ਜਿਨ੍ਹਾਂ ਦੇ ਨਾਲ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਸੀ। ਅੱਜ ਪਾਕਿਸਤਾਨ ਦੇ ਗਰੀਬ ਦੀ, ਕਿਸਾਨ ਦੀ, ਮਜ਼ਦੂਰ ਦੀ ਕੋਈ ਗੱਲ ਕਰਨ ਵਾਲਾ ਹੈ ਹੀ ਨਹੀਂ। ਇਹ ਮੈਂ ਕੋਈ ਸਿਆਸੀ ਗੱਲਾਂ ਨਹੀਂ ਕਰ ਰਿਹਾ, ਤੁਹਾਨੂੰ ਹਕੀਕਤ 'ਚ ਪਤਾ ਹੈ ਕਿ ਅੱਜ ਉਹਨਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ। ਇਸ ਲਈ ਨੰਬਰ ਤੇ ਦੱਸ ਦਿੱਤੇ ਗਏ ਨੇ, ਲੇਕਿਨ ਇਹਨਾਂ ਨੰਬਰਾਂ ਦੇ ਉੱਤੇ ਨਾ ਕਿਸੇ ਨੇ ਕਾਵਿਸ਼ ਕਰਨੀ ਹੈ, ਨਾ ਕੋਸ਼ਿਸ਼ ਕਰਨੀ, ਨਾ ਇਹਨਾਂ ਗਰੀਬਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨੀ ਹੈ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਉਹ ਖਬਰ ਇਹ ਹੈ ਕਿ ਜਾਮ ਕਮਾਲ ਸਾਹਿਬ ਜਿਹੜੇ ਨੇ ਉਹ ਲੰਡਨ ਦੇ ਇਲਾਕੇ ਹਾਈਡ ਪਾਰਕ ਦੇ ਵਿੱਚ ਫਿਰ ਰਹੇ ਸਨ ਅਤੇ ਬਲੋਚ ਉੱਥੇ ਜਿਹੜੇ ਪ੍ਰੋਟੈਸਟ ਕਰ ਰਹੇ ਸਨ ਉਹ ਉਹਨਾਂ ਦਾ ਤਮਸਖਰ ਉਡਾ ਰਹੇ ਸਨ। ਇਹ ਹਾਲਤ ਵੇਖ ਲਓ। ਕੱਲ੍ਹ ਅਸੀਂ ਤੁਹਾਨੂੰ ਸਰਫਰਾਜ਼ ਬੁਗਟੀ ਸਾਹਿਬ ਦਾ 2 ਕੌਮੀ ਨਜ਼ਰੀਆ ਦੱਸਿਆ ਸੀ ਵੀ ਉਹਨਾਂ ਦੇ ਬੱਚੇ ਲੰਡਨ 'ਚ ਪੜ੍ਹ ਰਹੇ ਨੇ ਅਤੇ ਬਲੋਚਿਸਤਾਨ ਦੇ ਬੱਚੇ ਕਿਹੜੇ ਹਾਲਾਤ 'ਚ ਪੜ੍ਹ ਰਹੇ ਨੇ। ਅੱਜ ਜਾਮ ਕਮਾਲ ਸਾਹਿਬ ਦੇ ਜਿਹੜਾ ਹਾਈਡ ਪਾਰਕ ਦੇ ਵਿੱਚ ਫਿਰ ਰਹੇ ਸਨ ਅਤੇ ਬਲੋਚ ਉੱਤੇ ਤਮਸਖਰ ਉਡਾ ਰਹੇ ਸਨ। ਵਜ੍ਹਾ ਇਹੀ ਹੈ ਕਿ ਉਹ ਇਹ ਸਮਝਦੇ ਨੇ ਕਿ ਸਾਨੂੰ ਜਿਹੜੇ ਹਾਲਾਤ ਦੇ ਵਿੱਚ ਰੱਖਿਆ ਹੈ ਉਹਦੇ ਸ਼ਾਇਦ ਬੜੀ ਹੱਦ ਤੱਕ ਜ਼ਿੰਮੇਦਾਰ ਇਹ ਸਾਰੇ ਸਿਆਸਤਦਾਨ ਨੇ ਜਿਹੜੇ ਇਸਟੈਬਲਿਸ਼ਮੈਂਟ ਦੇ ਨਾਲ ਰਲ ਕੇ ਅਤੇ ਇਹਨਾਂ ਨੂੰ ਇਹ ਸਾਰੇ ਦਾ ਸਾਰਾ ਕੰਮ ਪਾਉਂਦੇ ਨੇ। ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।